ਗੁੱਡ ਮਾਰਨਿੰਗ ਸਟੂਡੈਂਟ ਬੀਐਡ ਦੇ ਜਿਹੜੇ 4th ਸਮੈਸਟਰ ਦੇ ਸਟੂਡੈਂਟ ਹੈ ਉਹਨਾਂ ਦਾ ਸਬਜੈਕਟ ਚੱਲ ਰਿਹਾ ਅਸੈਸਮੈਂਟ ਫॉर ਲਰਨਿੰਗ। ਆਪਾਂ ਉਹਦੇ ਵਿੱਚ ਪਰਸੈਂਟੇਜ ਵਾਲਾ ਟੌਪਿਕ ਸ਼ੁਰੂ ਕੀਤਾ ਹੋਇਆ ਸੀ। ਲਾਸਟ ਵੀਡੀਓ ਦੇ ਵਿੱਚ ਆਪਾਂ ਕਵਰ ਕੀਤਾ ਸੀਗਾ, ਆਪਾਂ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਵਾਲਾ ਟੌਪਿਕ ਹੈ ਜਿਹੜਾ ਲਾਸਟ ਵੀਡੀਓ ਦੇ ਵਿੱਚ ਕਰ ਰਹੇ ਸੀਗੇ। ਉਹਦਾ ਆਪਾਂ 4th ਪੁਆਇੰਟ 'ਤੇ ਪਹੁੰਚ ਗਏ ਸੀ, ਜਿਹੜਾ ਕਿ ਡਿਟਰਮਾਈਨ ਦਾ ਕਲਾਸ ਇੰਟਰਵੈਲ CI, ਵਰਗ ਅੰਤਰ ਅਤੇ ਵਰਗਾਂ ਦੀ ਸੰਖਿਆ ਨਿਸ਼ਚਿਤ ਕਰਨੀ। ਤਾਂ ਇਹਦੇ ਵਿੱਚ ਕੀ ਹੈ, ਕਹਿੰਦੇ ਅਗਲਾ ਪੜਾਅ ਸਮੂਹਾਂ ਦੀ ਸੰਖਿਆ ਨਿਰਧਾਰਿਤ ਕਰਨ ਜਿਨ੍ਹਾਂ ਵਿੱਚ ਪ੍ਰਾਪਤ ਅੰਕਾਂ ਨੂੰ ਰੱਖਣਾ ਹੈ, ਮਤਲਬ ਕਿੰਨੇ ਸਕੋਰ ਜਿਹੜੇ ਪ੍ਰਾਪਤ ਕੀਤੇ ਹੈ ਉਹ ਆਪਾਂ ਨੂੰ ਦੇਖਣਾ ਹੁੰਦਾ। ਇਹਦੇ ਵਿੱਚ ਸਭ ਤੋਂ ਛੋਟਾ ਅਤੇ ਵੱਡਾ ਪ੍ਰਸਾਰ ਦੇਖਦੇ ਹਾਂ ਆਪਾਂ, ਛੋਟਾ ਅੰਕ ਕਿਹੜਾ ਅਤੇ ਵੱਡਾ ਅੰਕ ਕਿਹੜਾ। ਕਹਿੰਦੇ ਮਨੋਵਿਗਿਆਨਕ ਅਤੇ ਵਿਦਿਅਕ ਸੰਖਿਆਂਕੀ ਆਮ ਕਰਕੇ ਵਰਗਾਂ ਦਾ ਮਾਨ 3, 5, 7 ਜਾਂ 10 ਰੱਖਿਆ ਜਾਂਦਾ। ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਕਿ ਵਰਗਾਂ ਦੀ ਸੰਖਿਆ 5 ਅਤੇ 15 ਵਿੱਚ ਹੀ ਰਹੇ, ਮਤਲਬ 5 ਤੋਂ ਲੈ ਕੇ 15 ਵਿੱਚ। ਵਧੇਰੇ ਚੰਗਾ ਹੋਵੇਗਾ ਜੇਕਰ ਵੰਡ ਦੇ ਵਰਗਾਂ ਦੀ ਸੰਖਿਆ 10 ਦੇ ਲਗਭਗ, ਮਤਲਬ ਜੋ ਆਪਾਂ ਵਰਗ ਡਿਵਾਈਡ ਕਰ ਰਹੇ ਹਾਂ, ਕਹਿੰਦੇ ਆਮ ਤੌਰ 'ਤੇ ਜਿਹੜੇ ਮਨੋਵਿਗਿਆਨਿਕ ਆ ਉਹ ਆਪਾਂ ਨੂੰ ਕੀ ਕਹਿੰਦੇ ਆ, 5 ਤੋਂ ਲੈ ਕੇ 15 ਦੇ ਵਿੱਚ ਉਹਨਾਂ ਦੀ ਜਿਹੜੀ ਡਿਵਾਈਡੇਸ਼ਨ ਕੀ ਜਾਵੇ। 5 ਤੋਂ ਲੈ ਕੇ ਜਦੋਂ 15 ਦੇ ਵਿੱਚ ਹੋਊਗਾ ਤਾਂ ਉਹਨਾਂ ਦਾ ਜਿਹੜਾ ਵਿਚਲਾ ਡਿਸਟੈਂਸ ਕਿੰਨਾ ਹੈਗਾ ਆਪਣੇ ਕੋਲ, ਲਗਭਗ 10 ਹੋਊਗਾ। ਜਿਵੇਂ ਕਹਿੰਦੇ ਉਦਾਹਰਨ ਉੱਪਰ ਜਿਹੜਾ ਆਪਾਂ ਉਦਾਹਰਨ ਦੇਖੀ ਸੀ ਪਿਛਲੀ ਲਾਸਟ ਵੀਡੀਓ ਦੇ ਵਿੱਚ, ਉਹਦੇ ਵਿੱਚ ਆਪਾਂ ਕੱਢਿਆ ਸੀ ਉਹਦਾ ਪ੍ਰਸਾਰ ਕਿੰਨਾ ਨਿਕਲਦਾ ਸੀ 28। ਤਾਂ ਉਹਨਾਂ ਦਾ ਅੰਤਰ ਕਿਵੇਂ ਕੱਢਾਂਗੇ ਆਪਾਂ, ਮਾਨ ਕਿਵੇਂ ਕੱਢਾਂਗੇ। ਕਹਿੰਦੇ ਮਾਨ 3 ਰੱਖਿਆ ਜਾਵੇਗਾ। ਤਾਂ ਜੇਕਰ ਵਰਗਾਂ ਦਾ ਅੰਤਰ ਮਾਨ 3 ਰੱਖਿਆ ਜਾਵੇ ਤਾਂ ਵਰਗਾਂ ਦੀ ਸੰਖਿਆ ਕਿਵੇਂ ਕੱਢਾਂਗੇ, 28/3 + 1, ਤਾਂ ਆਪਣੇ ਕੋਲ ਕਿੰਨਾ ਨਿਕਲਿਆ ਹੋਊਗਾ, 10 ਨਿਕਲਿਆ ਹੋਊਗਾ। ਮਤਲਬ ਉਹਨਾਂ ਦਾ ਡਿਫਰੈਂਸ ਜਿਹੜਾ ਹੈਗਾ ਉਹ ਆਪਣੇ ਕੋਲ 10 ਨਿਕਲਿਆ ਹੋਊਗਾ। ਉਸ ਤੋਂ ਬਾਅਦ ਆ ਗਿਆ ਵਰਗ ਅੰਤਰਾਲਾਂ ਨੂੰ ਨਿਸ਼ਚਿਤ ਕਰਨਾ ਅਤੇ ਉਹਨਾਂ ਨੂੰ ਕਿਸੇ ਵਿਸ਼ੇਸ਼ ਕ੍ਰਮ ਵਿੱਚ ਰੱਖਣਾ, ਭਾਵ ਵਰਗਾਂ ਨੂੰ ਜਾਂ ਤਾਂ ਘੱਟਦੇ ਕ੍ਰਮ ਵਿੱਚ ਰੱਖਣਾ ਜਾਂ ਫਿਰ ਵੱਧਦੇ ਕ੍ਰਮ ਵਿੱਚ ਰੱਖਣਾ। ਮਤਲਬ ਉਹਨਾਂ ਨੂੰ ਜਾਂ ਅਸੈਂਡਿੰਗ ਆਰਡਰ 'ਚ ਰੱਖੋ ਜਾਂ ਫਿਰ ਡਿਸੈਂਡਿੰਗ ਆਰਡਰ 'ਚ ਰੱਖੋ। ਟੈਲੀ ਲਗਾਉਣਾ, ਇਸ ਤੋਂ ਭਾਵ ਹੈ ਮਤਲਬ ਆਪਾਂ ਟੈਲੀ ਮਾਰਕਸ ਜਿਹੜੇ ਲਗਾਉਂਦੇ ਹਾਂ ਉਸ ਅਕੋਰਡਿੰਗ ਰੱਖ ਸਕਦੇ ਹਾਂ। ਉਦਾਹਰਨ ਦੇ ਤੌਰ 'ਤੇ ਪ੍ਰਾਪਤ ਅੰਕਾਂ ਦਾ ਪਹਿਲਾ ਅੰਕ 57 ਹੈ, ਇਸ ਅੰਕ ਦਾ ਜਿਹੜਾ ਵਰਗ ਅੰਤਰਾਲ ਕੀ ਹੋਊਗਾ 57 - 59, ਦੂਸਰਾ 57-59 ਮਤਲਬ 57 ਤੋਂ ਲੈ ਕੇ 59 ਤੱਕ। ਦੂਸਰਾ ਅੰਕ 51 ਹੈ, ਇਸ ਲਈ ਟੈਲੀ 51 ਤੋਂ 53। ਫਿਰ ਇਸ ਤਰ੍ਹਾਂ ਸਾਰੇ ਪ੍ਰਾਪਤ ਅੰਕਾਂ 'ਤੇ ਆਪਾਂ ਟੈਲੀ ਮਾਰਕ ਦਾ ਚਿੰਨ੍ਹ ਜਿਹੜਾ ਮਤਲਬ ਕਿੰਨੇ ਅੰਕਾਂ ਤੋਂ ਲੈ ਕੇ ਕਿੰਨੇ ਤੱਕ ਹੈ। ਪਹਿਲਾਂ ਆਪਣੇ ਕੋਲ 57 ਅਤੇ 59 ਹੈ, ਆਪਾਂ ਉੱਪਰ ਦੇਖ ਲੈਂਦੇ ਹਾਂ। ਲਾਸਟ ਵੀਡੀਓ ਦੇ ਵਿੱਚ ਆਪਾਂ ਇਹ ਚੀਜ਼ਾਂ ਕੀਤੀਆਂ ਸੀ। 57 ਹੈ, 57 ਤੋਂ ਲੈ ਕੇ 59 ਤੱਕ ਹੈ, 51 ਤੋਂ ਲੈ ਕੇ 32 ਤੱਕ ਹੈ। ਇਸ ਤਰ੍ਹਾਂ ਆਪਾਂ ਕੀ ਕਰ ਸਕਦੇ ਹਾਂ, ਟੈਲੀ ਮਾਰਕ ਹੈ ਜਿਹੜੇ ਉਹ ਲਗਾ ਸਕਦੇ ਹਾਂ। 59 ਤੋਂ 57, 55 ਤੋਂ 54, 51 ਤੋਂ 50, ਇਸ ਤਰ੍ਹਾਂ ਆਪਾਂ ਟੈਲੀ ਮਾਰਕਸ ਜਿਹੜੇ ਉਹ ਰਿਪਰਜੈਂਟ ਕਰ ਸਕਦੇ ਹਾਂ। ਅੰਕ ਡੰਡਾਂ ਨੂੰ ਆਵਿਰਤੀ ਫ੍ਰੀਕੁਐਂਸੀ ਵਿੱਚ ਲਿਖਣਾ ਅਤੇ ਗਿਣਤੀ ਕਰਨਾ। ਸਾਰੇ ਪ੍ਰਾਪਤ ਅੰਕ ਕਹਿੰਦੇ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਇੱਕ ਫ੍ਰੀਕੁਐਂਸੀ ਕਾਲਮ ਦੇ ਵਿੱਚ ਲਿਖ ਕੇ ਆਵਿਰਤੀਆਂ ਦਾ ਜਿਹੜਾ ਹੈਗਾ ਜੋੜ ਵੀ ਆਪਾਂ ਕਰ ਸਕਦੇ। ਦੇਖੋ ਜਿਵੇਂ ਆਪਣੇ ਕੋਲ ਆਪਾਂ ਵਰਗ ਅੰਤਰਾਲ ਟੈਲੀ ਅਤੇ ਫ੍ਰੀਕੁਐਂਸੀ ਕੱਢ ਰਹੇ ਹਾਂ। ਦੇਖੋ ਜਿਵੇਂ ਆਪਣੇ ਕੋਲ 57 ਤੋਂ ਲੈ ਕੇ 59 ਤੱਕ ਹੈ, ਤਾਂ ਆਪਾਂ ਇਹਦੀ ਡਿਵਾਈਡੇਸ਼ਨ ਕਰਤੀ। ਜੇ ਆਪਾਂ 10-10 ਦੇ ਗਰੁੱਪ ਬਣਾ ਰਹੇ ਹਾਂ ਤਾਂ ਆਪਣੇ ਕੋਲ ਕਿਵੇਂ ਬਣਦੇ ਆ, ਪਹਿਲਾਂ ਟੈਲੀ ਮਾਰਕਸ 'ਚ ਦੇਖੋ ਇਹ ਆਪਣੇ ਕੋਲ ਹੋ ਗਏ 10, 20, 30, 40 ਅਤੇ ਇੱਕ ਆਪਾਂ ਸਾਈਨ ਲਗਾਤਾ, ਤਾਂ ਇਹ ਆਪਣੇ ਕੋਲ ਹੋ ਗਏ 50 ਅਤੇ ਨਾਲ ਆਪਣੇ ਕੋਲ ਕਿੰਨਾ ਹੋ ਗਿਆ 3। ਤਾਂ ਆਪਣੇ ਕੋਲ 53 ਤੱਕ ਗਈ। ਤਾਂ ਇਹਨਾਂ ਦੀ ਫ੍ਰੀਕੁਐਂਸੀ ਕਿੰਨੀ ਸੰਖਿਆ, ਫ੍ਰੀਕੁਐਂਸੀ ਕੀ ਹੈ ਮਤਲਬ ਕਿੰਨੀ ਆਵਿਰਤੀ ਹੈ। 57 ਤੋਂ ਲੈ ਕੇ 59 ਜਿਹੜੇ ਹੈਗੇ ਉਹ ਕਿੰਨੀ ਵਾਰੀ ਆ ਰਹੇ ਆ, 8 ਵਾਰੀ ਆ ਰਹੇ ਆ। ਫਿਰ ਇਸੇ ਤਰ੍ਹਾਂ 54 ਤੋਂ ਲੈ ਕੇ 50, ਮਤਲਬ ਆਹ ਜਿਹੜਾ ਟੈਲੀ ਮਾਰਕ ਹੈ ਫ੍ਰੀਕੁਐਂਸੀ ਦੇ ਅਕੋਰਡਿੰਗ ਦਿੱਤਾ ਹੋਇਆ। ਫ੍ਰੀਕੁਐਂਸੀ ਦੇਖੋ 8 ਹੈ, ਤਾਂ ਟੈਲੀ ਮਾਰਕ ਕਿਵੇਂ ਕੱਢਿਆ ਹੋਇਆ, ਜਿਵੇਂ ਤੁਹਾਨੂੰ ਪਤਾ ਹੈ 1, 2, 3, 4 ਤੋਂ ਬਾਅਦ ਜਿਹੜੀ ਪੰਜਵੀਂ ਲਾਈਨ ਆ ਉਹ ਟੇਢੀ ਲੱਗਦੀ ਹੈ। ਫਿਰ ਨਾਲ ਆਪਾਂ 3 ਦੀ ਗਿਣਤੀ ਦੀ 5 ਅਤੇ 3 8। ਫਿਰ ਆਪਣੇ ਕੋਲ 54 ਤੋਂ ਲੈ ਕੇ 56 3 ਵਾਰੀ ਹੈ, ਫ੍ਰੀਕੁਐਂਸੀ ਉਹਦੀ 3 ਹੈ ਤਾਂ ਉਹਨੂੰ 3 ਮਤਲਬ ਆਪਣਾ ਟੈਲੀ ਮਾਰਕਸ ਦੇ ਦੁਆਰਾ ਰਿਪਰਜੈਂਟ ਕਰਤਾ। 4 ਵਾਰੀ ਹੈ ਤਾਂ 4, 3 ਹੈ ਤਾਂ 3, 4। ਜਦੋਂ ਮਤਲਬ ਤੁਹਾਨੂੰ ਮੈਂ ਦੱਸਿਆ ਵੀ 4 ਤੋਂ ਵੱਧ ਆ ਜਾਣੀ ਹੈ ਤਾਂ ਟੇਢੀ ਲਾਈਨ ਲਗਾ ਕੇ ਫਿਰ ਉਹਨਾਂ ਨੂੰ ਨਾਲ ਰਿਪਰਜੈਂਟ ਕਰਨਾ। ਇਸ ਤਰ੍ਹਾਂ ਫ੍ਰੀਕੁਐਂਸੀ ਨੂੰ ਤੁਸੀਂ ਜਿਹੜਾ ਹੈਗਾ ਰਿਪਰਜੈਂਟ ਕਰ ਸਕਦੇ ਹੋ। ਬੀਐਡ ਦੇ 50 ਵਿਦਿਆਰਥੀਆਂ ਦੁਆਰਾ ਇੱਕ ਪ੍ਰੀਖਿਆ ਵਿੱਚ ਪ੍ਰਾਪਤ ਅੰਕ ਦੱਸੇ ਹੋਏ ਆ, ਇਹਨਾਂ ਨੂੰ ਵੀ ਤੁਸੀਂ ਉਸੇ ਅਕੋਰਡਿੰਗ ਜਿਹੜਾ ਹੈਗਾ ਡਿਵਾਈਡੇਸ਼ਨ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਸਟੂਡੈਂਟ ਐਗਜ਼ਾਮਪਲ ਜ਼ਰੂਰ ਬਣਾ ਕੇ ਆਉਣੀ ਹੈ। ਬਹੁਤ ਈਜ਼ੀ ਐਗਜ਼ਾਮਪਲ ਦਾ ਕੁਛ ਵੀ ਨਹੀਂ, ਤੁਸੀਂ ਦੇਖਣਾ 15 ਤੋਂ ਲੈ ਕੇ 19 ਤੱਕ ਕਿੰਨੇ ਹੈਗੇ ਆ। 15 ਤੋਂ ਲੈ ਕੇ 19 ਤੱਕ 3 ਆਉਂਦੇ ਆ। ਇੱਥੇ ਤੁਸੀਂ ਦੇਖ ਲਓ, ਕਾਊਂਟ ਕਰ ਲਓ 15 ਤੋਂ ਲੈ ਕੇ 19 ਤੱਕ। 15 ਤੋਂ 15 ਇੱਕ ਵਾਰੀ ਵੀ ਨਹੀਂ ਹੈਗਾ। ਇਹਦੇ ਵਿੱਚ 15 ਤੋਂ 19 ਤੱਕ ਆਪਣੇ ਕੋਲ 17, 1, 2, 17 ਅਤੇ 1, 18 ਮਤਲਬ 3 ਵਾਰੀ ਆ ਰਿਹਾ। 20 ਤੋਂ ਲੈ ਕੇ 24 ਤੱਕ ਦੇਖ ਲਓ, 20 ਤੋਂ ਲੈ ਕੇ 24 ਤੱਕ ਕਾਊਂਟਿੰਗ ਆ ਰਹੀ ਹੈ 5। ਤਾਂ ਇਸ ਤਰ੍ਹਾਂ ਤੁਸੀਂ ਸਾਰਾ ਇਹ ਟੈਲੀ ਮਾਰਕਸ ਦੁਆਰਾ ਰਿਪਰਜੈਂਟ ਕਰ ਸਕਦੇ ਹੋ। ਫਿਰ ਆ ਜਾਂਦਾ ਆਪਣੇ ਕੋਲ ਇਹਦੇ ਵਿੱਚ
वर्ग अंतराल ਦੀਆਂ ਹੱਦਾਂ ਨੂੰ ਦੱਸਣਾ, ਮੈਥਡ ਆਫ ਡਿਸਟ੍ਰੀਬਿਊਸ਼ਨ, ਲਿਮਿਟ ਆਫ ਕਲਾਸ ਇੰਟਰਵਲ, ਇਹ ਕੋਈ ਜ਼ਰੂਰਤ ਨਹੀਂ ਹੈਗੀ ਇਹਦੇ ਵਿੱਚ। ਬਸ ਤੁਸੀਂ ਆਹ ਟੈਲੀਮਾਰਕ ਵਾਲੀਆਂ ਜਿਹੜੀਆਂ ਐਗਜ਼ਾਮਪਲਸ ਹੈ ਇਹ ਰਿਪਰੈਜ਼ੈਂਟ ਕਰ ਦਿਓ। ਇਹ ਚੀਜ਼ਾਂ, ਇਹ ਟੌਪਿਕ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ। ਉਸ ਤੋਂ ਬਾਅਦ ਇਹਦੇ ਵਿੱਚ ਆਪਣੇ ਕੋਲ ਨੈਕਸਟ ਟੌਪਿਕ ਆ ਜਾਂਦਾ ਗ੍ਰਾਫੀਕਲ ਰਿਪਰੈਜ਼ੈਂਟੇਸ਼ਨ ਆਫ ਡਾਟਾ। ਆਪਾਂ ਡਾਟਾ ਦੀ ਗ੍ਰਾਫੀਕਲ ਰਿਪਰੈਜ਼ੈਂਟੇਸ਼ਨ ਆ ਉਹ ਜਿਹੜੀ ਕਿਵੇਂ ਕਰ ਸਕਦੇ ਹਾਂ। ग्राफिकल रिप्रजेंटेशन समझते हो। ग्राफिकल प्रेजेंटेशन तो अपने मतलब है जो भी अपनी आवृत्ति जो आई है, जो आप टैलीमार्क ਹੁਣ टैबूलेटिंग फॉर्म ਦੇ ਵਿੱਚ ਬਣਾ ਰਹੇ ਸੀ, ਉਹਨਾਂ ਚੀਜ਼ਾਂ ਨੂੰ ਗ੍ਰਾਫ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਨਾ। ਗ੍ਰਾਫ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਨ ਨਾਲ ਕੀ ਹੁੰਦਾ, ਜਿਹੜੇ ਵੱਡੇ ਵੱਡੇ ਉਦਯੋਗਪਤੀ ਹੁੰਦੇ ਆ, ਕਹਿੰਦੇ ਵਪਾਰੀ ਹੁੰਦੇ ਆ, ਉਹ ਜਿੰਨੀਆਂ ਵੀ ਆਪਣੀਆਂ ਕੋਈ ਉਹਨਾਂ ਕੋਲ ਡਾਟਾ ਹੁੰਦਾ ਉਹ ਸਾਰਾ ਗ੍ਰਾਫਿਕਲ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਦੇ ਆ, ਕਿਉਂਕਿ ਅੰਕੜਿਆਂ ਨੂੰ ਸਮਝਣਾ, ਅੰਕੜਿਆਂ ਨੂੰ ਇਕੱਠਾ ਕਰਨਾ, ਅੰਕੜਿਆਂ ਨੂੰ ਰਿਪਰੈਜ਼ੈਂਟ ਕਰਨਾ ਗ੍ਰਾਫਿਕਲ ਫਾਰਮ ਦੇ ਵਿੱਚ ਬਹੁਤ ਹੀ ਈਜ਼ੀ ਹੋ ਜਾਂਦਾ ਹੈ। ਅਤੇ ਕਹਿੰਦੇ ਜਦੋਂ ਇਹ ਜਿਹੜੇ ਚਿੱਤਰ ਦੀ ਫਾਰਮ ਦੇ ਵਿੱਚ ਹੁੰਦੇ ਆ, ਇਹਨਾਂ ਦਾ ਵਰਣਨ ਕਰਨਾ, ਉਹਨਾਂ ਨੂੰ ਐਕਸਪਲੇਨੇਸ਼ਨ ਦੇਣੀ ਉਹਨਾਂ ਦੀ, ਜਾਂ ਉਹਨਾਂ ਨੂੰ ਦੂਸਰੇ ਵਿਅਕਤੀਆਂ ਨੂੰ ਅੰਡਰਸਟੈਂਡ ਕਰਵਾਉਣਾ, ਸਮਝਾਉਣਾ ਬਹੁਤ ਈਜ਼ੀ ਹੋ ਜਾਂਦਾ ਹੈ। ਗ੍ਰਾਫ ਬਣਾਉਣ ਦੇ ਕੁਝ ਨਿਯਮ ਹੁੰਦੇ ਆ, ਪਹਿਲਾਂ ਕੁਝ ਸਧਾਰਨ ਨਿਯਮ ਦਿੱਤੇ ਹੋਏ ਗ੍ਰਾਫ ਬਣਾਉਣ ਦੇ। ਕਹਿੰਦੇ ਜੋ ਆਪਾਂ ਗ੍ਰਾਫ ਯੋਗ ਚਿੱਤਰ ਬਣਾਉਣਾ ਹੈ ਉਹ ਦੋ ਭੁਜਾਵਾਂ ਦਾ ਹੋਣਾ ਜ਼ਰੂਰੀ ਹੈ। ਹੌਰੀਜੈਂਟਲ ਲਾਈਨ ਲੈਂਦੇ ਹਾਂ ਇੱਕ ਇਹਦੇ ਵਿੱਚ, ਜਿਹਨੂੰ ਐਕਸ ਐਕਸਿਸ ਕਹਿੰਦੇ ਆ, ਅਤੇ ਇੱਕ ਵਰਟੀਕਲ ਲਾਈਨ ਲੈਂਦੇ ਹਾਂ ਜਿਹਨੂੰ ਆਪਾਂ ਵਾਈ ਐਕਸਿਸ ਕਹਿੰਦੇ ਹਾਂ। 90 ਡਿਗਰੀ ਦਾ ਕੋਣ ਬਣ ਗਿਆ, ਦੇਖੋ ਹੌਰੀਜੈਂਟਲ ਬਣ ਗਈ ਅਤੇ ਵਰਟੀਕਲ ਬਿਲਕੁਲ ਸਿੱਧੀਆਂ ਲਾਈਨਾਂ ਲੱਗੀਆਂ, ਤਾਂ ਆਪਣੇ ਕੋਲ ਕੀ ਬਣ ਗਿਆ, 90 ਡਿਗਰੀ ਦਾ ਕੋਣ ਬਣ ਗਿਆ। ਅਤੇ ਜਿੱਥੇ ਉਹ ਦੋਨੇ ਪੁਆਇੰਟ ਕੱਟਦੇ ਆ 90 ਡਿਗਰੀ ਦੇ ਕੋਣ 'ਤੇ, ਉਹਨੂੰ ਕੀ ਕਹਿੰਦੇ ਆ, ਔਰੀਜਨ ਪੁਆਇੰਟ ਜਾਂ ਫਿਰ ਜ਼ੀਰੋ ਰੱਖਿਆ ਜਾਂਦਾ ਉਹਨੂੰ, ਬਿੰਦੂ। ਫਿਰ ਲੰਬ ਰੂਪ ਨਾਲ ਸੰਬੰਧਿਤ ਇਹਨਾਂ ਦੋਵੇਂ ਰੇਖਾਵਾਂ ਦੀ ਸਹਾਇਤਾ ਨਾਲ ਰੇਖਾ ਚਿੱਤਰ ਨੂੰ ਪਲੱਸ ਅਤੇ ਮਾਈਨਸ ਮਾਨ ਅੰਕਿਤ ਕੀਤਾ ਜਾਂਦਾ ਹੈ। ਮਤਲਬ ਪੋਜ਼ੀਟਿਵ ਵੈਲਿਊਜ਼ ਨੂੰ ਰਿਪਰੈਜ਼ੈਂਟ ਕਰਨ ਲਈ ਅਤੇ ਨੈਗੇਟਿਵ ਪੁਆਇੰਟ ਨੂੰ ਰਿਪਰੈਜ਼ੈਂਟ ਕਰਨ ਲਈ ਆਪਣੇ ਕੋਲ ਪਲੱਸ ਅਤੇ ਮਾਈਨਸ ਦੇ ਚਿੰਨ੍ਹ ਵੀ ਇਹਦੇ ਵਿੱਚ ਲਗਾਏ ਜਾਂਦੇ। ਆਹ ਵੇਖੋ, ਜਿਵੇਂ ਗ੍ਰਾਫਿਕਲ ਫਾਰਮ ਦੇ ਵਿੱਚ ਆਪਣੇ ਕੋਲ ਦਿੱਤਾ ਹੋਇਆ, ਆਪਣੇ ਕੋਲ ਇੱਥੇ ਟੂਲ ਦਿੱਤੇ ਹੋਏ ਆ। ਜਿਵੇਂ ਆਪਣੇ ਕੋਲ ਆ ਪਲੱਸ ਦੀ ਫਾਰਮ ਦੇ ਵਿੱਚ ਉੱਪਰ ਹੋਏਗਾ, ਜੋ ਇਨਕਰੀਜ਼ਿੰਗ ਆਰਡਰ ਉੱਪਰ ਹੋਊਗਾ। ਜਦੋਂ ਆਪਾਂ ਨੀਚੇ ਜਾਵਾਂਗੇ ਉਹ ਕੀ ਆਪਣੇ ਕੋਲ ਹੋਊਗਾ, ਮਾਈਨਸ ਦੀ ਫਾਰਮ ਦੇ ਵਿੱਚ ਵੈਲਿਊਜ਼ ਆਉਣਗੀਆਂ, ਠੀਕ ਹੈ। ਐਕਸ ਐਕਸਿਸ, ਵਾਈ ਐਕਸਿਸ, ਐਕਸ ਐਕਸਿਸ, ਵਾਈ ਐਕਸਿਸ, ਇੱਕ ਐਕਸ ਐਕਸਿਸ ਵਾਈ ਐਕਸਿਸ ਪਲੱਸ ਪਲੱਸ ਦੀ ਹੋ ਗਈ, ਇੱਕ ਐਕਸ ਐਕਸਿਸ ਵਾਈ ਐਕਸਿਸ ਮਾਈਨਸ ਮਾਈਨਸ ਦੀ। ਐਕਸ ਐਕਸਿਸ ਐਂਡ ਵਾਈ ਐਕਸਿਸ ਦੀ ਲੰਬਾਈ ਦਾ ਅਨੁਪਾਤ ਜਿਹੜਾ ਹੈਗਾ ਉਹ ਕੀ ਆਮ ਕਰਕੇ 4 ਅਤੇ 3 ਦੇ ਅਨੁਪਾਤ ਵਿੱਚ ਰੱਖਿਆ ਜਾਂਦਾ। ਦੂਸਰੇ ਸ਼ਬਦਾਂ ਵਿੱਚ ਜਿਹੜਾ ਇਹਦਾ ਪ੍ਰੀਖਣ ਕੀਤਾ ਜਾਂਦਾ, ਐਕਸ ਐਕਸਿਸ ਕਹਿੰਦੇ ਇਹਦੀ ਲੰਬਾਈ 8 ਇੰਚ ਹੈ ਅਤੇ ਵਾਈ ਐਕਸਿਸ ਦੀ ਲੰਬਾਈ ਜਿਹੜੀ ਉਚਾਈ ਹੈ ਉਹ 6 ਇੰਚ ਤੱਕ ਰੱਖੀ ਜਾਂਦੀ ਹੈ। ਤਾਂ ਇਹ ਸਿਰਫ ਕੀ ਹੈ, ਇਹ ਗ੍ਰਾਫ ਬਣਾਉਣ ਲਈ ਕੁਝ ਰੂਲਸ ਐਂਡ ਰੈਗੂਲੇਸ਼ਨ ਹੈ ਜਿਨ੍ਹਾਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਜਦੋਂ ਗ੍ਰਾਫ ਬਣਾਏ ਜਾਣਗੇ। ਇਹ ਵੀ ਧਿਆਨ ਰੱਖਣਾ ਜ਼ਰੂਰੀ ਹੁੰਦਾ ਕਿ ਗ੍ਰਾਫਿਕ ਚਿੱਤਰਨ ਤਿਆਰ ਕਰਦੇ ਸਮੇਂ ਸੁਤੰਤਰ ਰੂਪ ਚਰ ਨੂੰ ਵਾਈ ਐਕਸਿਸ ਅਤੇ ਪਰੰਤਰ ਚਰ ਨੂੰ ਐਕਸ ਐਕਸਿਸ 'ਤੇ ਦੇਖਿਆ ਜਾਵੇ। ਉਸ ਤੋਂ ਇਲਾਵਾ ਕਹਿੰਦੇ ਆਪਾਂ ਇਹਦੇ ਸੈਂਪਲ ਬਣਾ ਕੇ ਅੰਕੜਿਆਂ ਨੂੰ ਇਕੱਠਾ ਕਰਕੇ ਸੈਂਪਲ ਬਣਾ ਸਕਦੇ ਹਾਂ। ਸੈਂਪਲ ਦੀ ਤੁਲਨਾਤਮਕ, ਜੇ ਉਹਨਾਂ ਦੇ ਵਿੱਚ ਆਪਾਂ ਕੁਝ ਕੰਪੈਰੀਜ਼ਨ ਕਰਨਾ ਸੈਂਪਲ ਦਾ, ਉਹ ਵੀ ਆਪਾਂ ਇਹਦੇ ਵਿੱਚ ਕਰ ਸਕਦੇ ਹਾਂ। ਤਾਂ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਦਾ ਮਹੱਤਵ ਕੀ ਹੈ, ਕਹਿੰਦੇ ਜਦੋਂ ਆਪਾਂ ਗ੍ਰਾਫ ਦੀ ਸਹਾਇਤਾ ਨਾਲ ਚੀਜ਼ਾਂ ਨੂੰ ਸਮਝਦੇ ਹਾਂ ਬਹੁਤ ਸਾਰਥਕ ਹੋ ਜਾਂਦੀਆਂ, ਉਹਨਾਂ ਨੂੰ ਸਮਝਣਾ ਈਜ਼ੀ ਹੋ ਜਾਂਦਾ। ਅੰਕੜੇ ਅਕਸਰ ਨੀਰਸ ਅਤੇ ਦਿਲਚਸਪੀ ਵਾਲੇ ਨਹੀਂ ਹੁੰਦੇ। ਜਦੋਂ ਆਪਾਂ ਗ੍ਰਾਫਿਕ ਮਤਲਬ ਜੋ ਅੰਕੜੇ ਇਕੱਠੇ ਕੀਤੇ ਪਰ ਬੋਰਿੰਗ ਹੁੰਦੇ ਆ ਟੈਬੂਲੇਟਿੰਗ ਫਾਰਮ ਦੇ ਵਿੱਚ ਸਮਝਣਾ, ਜਦੋਂ ਉਹਨੂੰ ਆਪਾਂ ਗ੍ਰਾਫਿਕਲ ਫਾਰਮ ਦੇ ਵਿੱਚ ਸਮਝਦੇ ਹਾਂ ਤਾਂ ਆਪਣਾ ਇੱਕ ਇੰਟਰਸਟ ਲੈਵਲ ਜਿਹੜਾ ਹੈਗਾ ਉਹ ਇਨਕਰੀਜ਼ ਹੋ ਜਾਂਦਾ, ਉਹਨਾਂ ਵਿੱਚ ਸਮਝਣਾ ਆਪਾਂ ਨੂੰ ਵਧੀਆ ਲੱਗਦਾ, ਸਮਝਣ 'ਤੇ ਘੱਟ ਸਮਾਂ ਲੱਗਦਾ। ਅਤੇ ਜੇ ਆਪਾਂ ਤੁਲਨਾਤਮਕ ਅਧਿਐਨ ਕਰਨਾ ਬਹੁਤ ਈਜ਼ੀ ਤਰੀਕੇ ਨਾਲ ਹੋ ਜਾਂਦਾ। ਅਤੇ ਇਹ ਬੜਾ ਮਤਲਬ ਕਹਿੰਦੇ ਇਹਦੀ ਰਿਪਰੈਜ਼ੈਂਟੇਸ਼ਨ ਵੀ ਬੜੀ ਸੁੰਦਰ ਹੁੰਦੀ ਹੈ, ਰੁਚੀਪੂਰਨ ਹੋ ਜਾਂਦੀ ਹੈ, ਇਹਨੂੰ ਦੇਖਣਾ ਵਧੀਆ ਲੱਗਦਾ ਸਭ ਨੂੰ। ਅਤੇ ਗ੍ਰਾਫਿਕਲੀ ਵਿਗਿਆਪਨ ਜਿੰਨੇ ਵੀ ਹੁੰਦੇ ਆ ਕਹਿੰਦੇ ਅੱਜ ਕੱਲ੍ਹ ਇਹ ਸਾਧਨ ਬਣ ਗਿਆ, ਮਤਲਬ ਯੁੱਗ ਵਿੱਚ ਚੀਜ਼ਾਂ ਨੂੰ ਗ੍ਰਾਫਿਕਲ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਵਾਉਣ ਵਿੱਚ। ਹੁਣ ਇਹਦੀਆਂ ਟਾਈਪਸ ਆਫ ਗ੍ਰਾਫਿਕਲ ਪ੍ਰੈਜੈਂਟੇਸ਼ਨ ਅਲੱਗ ਅਲੱਗ ਹੈ, ਜਿਵੇਂ ਆਵਰਤੀ ਬਹੁਭੁਜ ਜਿਹਨੂੰ ਫ੍ਰੀਕੁਐਂਸੀ ਪੋਲੀਗੋਨ ਕਿਹਾ ਜਾਂਦਾ, ਹਿਸਟੋਗ੍ਰਾਮ, ਬਾਰ ਡਾਇਗਰਾਮਸ ਹੋ ਗਈਆਂ, ਕਮਿਊਲੇਟਿਵ ਫ੍ਰੀਕੁਐਂਸੀ ਕਰਵ ਹੋ ਗਈ, ਕਮਿਊਲੇਟਿਵ ਪ੍ਰਸੈਂਸੀ ਕਰਵ ਹੋ ਗਈ, ਤਾਂ ਪਾਈ ਡਾਇਗਰਾਮਸ ਹੋ ਗਈਆਂ। ਅਲੱਗ ਅਲੱਗ ਤਰ੍ਹਾਂ ਦੇ ਆਪਣੇ ਕੋਲ ਜਿਹੜੇ ਹੈਗੇ ਡਾਇਗਰਾਮ, ਜਿਹੜੇ ਗ੍ਰਾਫਿਕਲ ਫਾਰਮਸ ਹੈ ਉਹ ਰਿਪਰੈਜ਼ੈਂਟ ਕੀਤੇ ਜਾਂਦੇ। ਜਿਵੇਂ ਫ੍ਰੀਕੁਐਂਸੀ ਪੋਲੀਗਨਸ ਦੇ ਵਿੱਚ ਕੀ ਹੈ, ਭੁਜਾਵਾਂ ਅਤੇ ਆਵਰਤੀ ਬਹੁ ਭੁਜਾਵਾਂ ਦੀ ਫਾਰਮ ਦੇ ਵਿੱਚ ਜਿਹੜਾ ਹੈਗਾ ਚੀਜ਼ਾਂ ਜਿਹੜੀਆਂ ਦਿੱਤੀਆਂ ਜਾਂਦੀਆਂ। ਜਿਵੇਂ ਆਹ ਦੇਖੋ ਆਪਣੇ ਕੋਲ ਦਿੱਤਾ ਹੋਇਆ ਇਹਨਾਂ ਨੂੰ ਆਵਰਤੀ, ਜਿਵੇਂ ਆਪਾਂ ਕੀ ਦਿੱਤਾ ਹੋਇਆ ਵਰਗ ਅੰਤਰਾਲ, ਪਹਿਲਾਂ ਇੱਕ ਲੜੀ ਬਣੀ ਹੋਈ ਹੈ 45 ਤੋਂ ਲੈ ਕੇ 49 ਤੱਕ, ਉਹਦੀ ਆਵਰਤੀ ਫ੍ਰੀਕੁਐਂਸੀ ਦੱਸੀ ਹੋਈ ਹੈ। ਫਿਰ ਉਹਦਾ ਵਰਗ ਅੰਤਰਾਲ ਕੱਢਿਆ ਹੋਇਆ ਕਿੰਨੇ ਕਿੰਨੇ ਹੈਗੀ ਹੈ, ਫਿਰ ਉਹਦੀ ਆਵਰਤੀ ਕੱਢੀ ਹੈ, ਅਤੇ ਉਹਦਾ ਵਿਚਕਾਲਾ ਬਿੰਦੂ ਕਿੱਥੇ, ਮਤਲਬ ਉਹਦਾ ਮਿਡ ਪੁਆਇੰਟ ਕੀ ਹੈ ਉਹ ਕੱਢਿਆ ਹੋਇਆ, ਠੀਕ ਹੈ। ਤਾਂ ਆ ਵੇਖੋ ਇਹਨੂੰ ਰਿਪਰੈਜ਼ੈਂਟ, ਜੇ ਆਪਾਂ ਇਹਨੂੰ ਬਹੁਭੁਜ ਚਿੱਤਰ ਨੂੰ ਆਪਾਂ ਰਿਪਰੈਜ਼ੈਂਟ ਕਰਨਾ, ਦੇਖੋ ਗ੍ਰਾਫਿਕਲ ਫਾਰਮ ਦੇ ਵਿੱਚ ਇਸ ਤਰ੍ਹਾਂ ਰਿਪਰੈਜ਼ੈਂਟ ਹੋਣਗੀਆਂ, ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਵੈਲਿਊਜ਼ ਜਾ ਰਹੀਆਂ ਉਸ ਅਕੋਰਡਿੰਗ ਆਪਾਂ ਇਹਨੂੰ ਦਿਖਾ ਸਕਦੇ ਹਾਂ। ਕਿ ਬਸ ਇੰਨਾ ਤੁਹਾਨੂੰ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ, ਬਸ ਇੱਕ ਐਗਜ਼ਾਮਪਲ ਤੁਸੀਂ ਦੇਣੀ ਹੈ। ਉਸ ਤੋਂ ਬਾਅਦ ਹਿਸਟੋਗ੍ਰਾਮ ਦੇ ਵਿੱਚ ਕੀ ਹੈ,
ਗ੍ਰਾਫਿਕਲ ਚਿੱਤਰਨ ਦੀ ਦੂਸਰੀ ਪ੍ਰਮੁੱਖ ਵਿਧੀ ਹੈ। ਇਹਦੇ ਵਿੱਚ ਵੀ ਕਹਿੰਦੇ ਆਪਾਂ ਚਿੱਤਰ ਦੀ ਆਵਿਰਤੀਆਂ ਨੂੰ ਵੱਖ-ਵੱਖ ਮੀਡੀਅਮ ਰਾਹੀਂ ਰਿਪਰੈਜ਼ੈਂਟ ਕਰ ਸਕਦੇ ਹਾਂ। ਐਕਸਕਲੂਸਿਵ ਹੁੰਦਾ ਇਹਦੇ ਵਿੱਚ ਵੀ ਐਕਸ ਐਕਸਿਸ ਵਾਈ ਐਕਸਿਸ ਦੇ ਥਰੂ ਆਪਾਂ ਦੇ ਸਕਦੇ ਹਾਂ। ਇਹਦੇ ਵਿੱਚ ਦੇਖੋ ਵਰਗ ਅੰਤਰਾਲ 45 ਆਵਿਰਤੀ ਫ੍ਰੀਕੁਐਂਸੀ ਦੱਸੀ ਹੋਈ ਹੈ, 45 ਤੋਂ ਲੈ ਕੇ 50 ਤੱਕ ਕਿੰਨੀਆਂ ਵੈਲਿਊਜ਼ ਹੈਗੀਆਂ ਅਤੇ ਉਹਦਾ ਮਿਡ ਪੁਆਇੰਟ ਕੱਢਿਆ ਹੋਇਆ ਵੀ ਕਿੰਨਾ ਆਊਗਾ। ਉਸ ਤੋਂ ਬਾਅਦ ਉਸੇ ਮਿਡ ਪੁਆਇੰਟਸ ਜਾਂ ਫ੍ਰੀਕੁਐਂਸੀ ਦੇ ਅਕੋਰਡਿੰਗ ਦੇਖੋ ਇਹਦੇ ਵਿੱਚ ਜਸਟ ਲਾਈਕ ਅ ਬਾਰ ਗ੍ਰਾਫ ਦੋਨਾਂ ਦਾ ਕੰਬੀਨੇਸ਼ਨ ਹੈ। ਹਿਸਟੋਗ੍ਰਾਮ ਇਹਦੇ ਵਿੱਚ ਬਾਰਸ ਵੀ ਹੈਗੀਆਂ ਅਤੇ ਇਹਨਾਂ ਨੂੰ ਆਪਾਂ ਲਾਈਨਸ ਦੇ ਅਕੋਰਡਿੰਗ ਰਿਪਰੈਜ਼ੈਂਟ ਕੀਤਾ ਹੋਇਆ ਜਿੰਨੀਆਂ ਸੰਖਿਆਵਾਂ। ਬਾਰ ਡਾਇਗਰਾਮ ਦੇਖੋ, ਬਾਰ ਡਾਇਗਰਾਮ ਦੇ ਵਿੱਚ ਜਿੰਨੀਆਂ ਵੀ ਆਪਣੇ ਕੋਲ ਬਾਰਸ ਦੀ ਫੋਰਮ ਦੇ ਵਿੱਚ ਜੋ ਵੀ ਵੈਲਿਊਜ਼ ਆਉਂਦੀਆਂ, ਜਿਵੇਂ ਪਹਿਲੀ 105 ਤੱਕ ਹੈ ਤਾਂ 100 ਤੋਂ ਥੋੜ੍ਹੀ ਜਿਹੀ ਉੱਪਰ ਹੋਊਗੀ 75 ਤੱਕ, ਠੀਕ ਹੈ। ਇਸ ਤਰ੍ਹਾਂ ਆਪਾਂ ਬਾਰਗ੍ਰਾਮ ਦੇ ਵਿੱਚ ਰਿਪਰੈਜ਼ੈਂਟ ਕਰ ਸਕਦੇ ਹਾਂ। ਕਮਿਊਲੇਟਿਵ ਫ੍ਰੀਕੁਐਂਸੀ ਨੂੰ ਆਮ ਤੌਰ 'ਤੇ ਆਪਾਂ ਇਸ ਤਰ੍ਹਾਂ ਮਤਲਬ ਕਿੰਨੀ ਆਪਣੀ ਫ੍ਰੀਕੁਐਂਸੀ ਜਾ ਰਹੀ ਹੈ। ਦੇਖੋ ਜੋ ਇੱਥੇ ਤੁਸੀਂ ਵੈਲਿਊਜ਼ ਦੇ ਰਹੇ ਹੋ ਨਾ, ਜੋ ਤੁਹਾਡੀਆਂ ਟੇਬਲ ਦੇ ਵਿੱਚ ਵੈਲਿਊ ਹੁੰਦੀਆਂ ਉਹੀ ਤੁਸੀਂ ਡਾਇਗਰਾਮ ਦੇ ਵਿੱਚ ਉਸੇ ਅਕੋਰਡਿੰਗ ਹੀ ਵੈਲਿਊਜ਼ ਨੂੰ ਰਿਪਰੈਜ਼ੈਂਟ ਕਰਕੇ ਇਹਨੂੰ ਬਣਾਉਣਾ ਹੈਗਾ। ਉਸੇ ਅਕੋਰਡਿੰਗ ਪਰਸੈਂਟੇਜ ਦੇ ਅਕੋਰਡਿੰਗ ਬਣਿਆ ਹੋਇਆ ਹੈ, ਪਰਸੈਂਟੇਜ ਕੱਢ ਕੇ ਉਹਨੂੰ ਆਪਾਂ ਰਿਪਰੈਜ਼ੈਂਟ ਕਰ ਸਕਦੇ ਹਾਂ, ਠੀਕ ਹੈ। ਤਾਂ ਪਾਈ ਡਾਇਗਰਾਮ ਦੇ ਵਿੱਚ ਕੀ ਕਰਦੇ ਹਾਂ, ਸਰਕਲ ਦੀ ਫਾਰਮ ਦੇ ਵਿੱਚ ਹੁੰਦਾ ਜਿਹੜਾ ਆਪਣਾ ਪਾਈ ਡਾਇਗਰਾਮ ਹੁੰਦਾ। ਇਹਦੇ ਵਿੱਚ ਪਹਿਲਾਂ ਆਪਾਂ ਪਾਈ ਡਾਇਗਰਾਮ ਦੇ ਵਿੱਚ ਹਮੇਸ਼ਾ ਜੋ ਆਪਾਂ ਨੂੰ ਵੈਲਿਊਜ਼ ਦਿੱਤੀਆਂ ਹੁੰਦੀਆਂ ਨਾ, ਜਿਵੇਂ ਆ ਵੇਖੋ ਕਹਿੰਦੇ ਇੱਕ ਸਰਵੇਖਣ ਦੇ ਵਿੱਚ ਪਹਿਲਾਂ ਵਿੱਤੀ ਗ੍ਰਾਫ ਬਣਾਇਆ ਹੋਇਆ। ਸਰਕਾਰੀ ਸਕੂਲ ਹੈ ਉਹਦੇ ਵਿੱਚ 50% ਬੱਚੇ ਲਗਾ ਲਓ ਹੈ ਨਾ, ਫਿਰ ਉਹਦੀ ਗ੍ਰਾਂਟ ਜਿਹੜੀ ਆ 15% ਮਿਲਦੀ ਹੈ ਅਤੇ ਗੈਰ ਸਰਕਾਰੀ ਸਕੂਲਾਂ ਨੂੰ ਜਿਹੜੀ ਗ੍ਰਾਂਟ, ਸਰਕਾਰੀ ਸਕੂਲਾਂ ਨੂੰ 50% ਮਿਲਦੀ ਹੈ, ਸਰਕਾਰੀ ਗ੍ਰਾਂਟ ਪ੍ਰਾਪਤ ਸਕੂਲਾਂ ਨੂੰ 15% ਅਤੇ ਗੈਰ ਸਰਕਾਰੀ ਸਕੂਲਾਂ ਨੂੰ 35%। ਤਾਂ ਇਹ ਆਪਾਂ ਨੂੰ ਪਤਾ ਵੀ ਇਹਦਾ ਜਿਹੜਾ ਕੋਣ ਹੁੰਦਾ, ਜਿਹੜਾ ਪਾਈ ਚਾਰਟ ਦਾ ਹੁੰਦਾ, ਉਹ 360 ਡਿਗਰੀ 'ਤੇ ਹੁੰਦਾ। ਤਾਂ ਇਹਨੂੰ ਆਪਾਂ ਕਿਵੇਂ ਕਰ ਸਕਦੇ ਹਾਂ, 100% मान है तो 360 ਪਹਿਲਾਂ ਜੇ 1% ਕੱਢਣਾ ਤਾਂ 3.6 ਆ ਗਿਆ, 50% ਕੱਢਣਾ 1.8, 15 ਦਾ 54 ਆ ਗਿਆ ਅਤੇ 126 ਆ ਗਿਆ। ਫਿਰ ਉਸੇ ਅਕੋਰਡਿੰਗ ਇਹਨਾਂ ਨੂੰ ਐਸੇ ਹਿਸਾਬ ਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਇੱਕ ਬਾਰ ਜਿਹੜਾ ਡਾਇਗਰਾਮ ਹੈ ਉਹਦੇ ਵਿੱਚ ਇਹਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ। ਤਾਂ ਇਹ ਸੀਗੇ ਤੁਹਾਡੇ ਜਿਹੜੇ ਗ੍ਰਾਫ ਹੈ ਸਟੂਡੈਂਟ, ਇਹਨਾਂ ਦੀ ਤੁਸੀਂ ਇੱਕੋ ਐਗਜ਼ਾਮਪਲ ਬਣਾ ਕੇ ਦਿਖਾਉਣੀ ਹੈ। ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਜਾ ਕੇ ਤੁਹਾਨੂੰ ਇਹਨਾਂ ਨੂੰ ਰਿਪਰੈਜ਼ੈਂਟ ਕਰਨ ਦੀ ਜ਼ਰੂਰਤ ਨਹੀਂ ਹੈਗੀ, ਸਿਰਫ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਟੌਪਿਕ ਕਿਸ ਤਰ੍ਹਾਂ ਆਪਾਂ ਦਿਖਾਉਣੇ ਆ ਜਾਂ ਸ਼ੋਅ ਕਰਨੇ। ਜਦੋਂ ਤੁਸੀਂ ਇਹਨੂੰ ਅਟੈਂਪਟ ਕਰੋਗੇ ਤਾਂ ਇੱਕ ਜਿਵੇਂ ਬਾਰ ਗ੍ਰਾਫ ਜਾਂ ਪਾਈ ਚਾਰਟ ਜੋ ਵੀ ਤੁਹਾਨੂੰ ਸੌਖਾ ਲੱਗਦਾ, ਈਜ਼ੀ ਲੱਗਦਾ, ਤਾਂ ਇੱਕ ਦੋ ਜਿਹੜੇ ਚਾਰਟ ਹੈ ਉਹ ਜ਼ਰੂਰ ਬਣਾ ਦਿਓ। ਤਾਂ ਉਹਦੇ ਨਾਲ ਤੁਹਾਡੇ ਜਿਹੜੇ ਮਾਰਕਸ ਹੈ ਮਿਲਣ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਮਤਲਬ ਵਧੀਆ ਜਿਹੜਾ ਹੈਗਾ ਐਗਜ਼ਾਮੀਨਰ 'ਤੇ ਵਧੀਆ ਪ੍ਰਭਾਵ ਪੈਂਦਾ ਉਸ ਚੀਜ਼ ਦਾ, ਠੀਕ ਹੈ। ਤਾਂ ਇਹਦੇ ਨਾਲ ਤੁਹਾਡਾ ਇਹ ਟੌਪਿਕ ਖਤਮ ਹੁੰਦਾ ਸਟੂਡੈਂਟ। ਜੇ ਕੋਈ ਤੁਹਾਡਾ ਡਾਊਟ ਹੈਗਾ ਤਾਂ ਤੁਸੀਂ ਆਪਦਾ ਕਮੈਂਟ ਬਾਕਸ ਦੇ ਵਿੱਚ ਆਪਦੇ ਡਾਊਟ ਲੀਵ ਕਰ ਸਕਦੇ ਹੋ। ਥੈਂਕ ਯੂ ਸਟੂਡੈਂਟ, ਥੈਂਕ ਯੂ ਫॉर ਵਾਚਿੰਗ।